ਤੋਂ ਪਹਿਲਾਂ ਜਿਹੜਾ ਤੁਹਾਡਾ ਸਵਾਲ ਹੈ, ਡੈਫੀਨੇਟਲੀ ਪੋਲੀਟੀਕਲੀ ਮੋਟੀਵੇਟਡ ਜਿਹੜਾ ਕੰਡਕਟ ਹੈ ਆਨਰੇਬਲ ਗਵਰਨਰ ਸਾਹਿਬ ਦਾ, ਉਹ ਫਰੋਮ ਦਾ ਫਸਟ ਡੇ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜਿਹੜੇ ਗਵਰਨਰ ਸਾਹਿਬ ਹੈ, ਜਿੱਥੇ ਵੀ ਨਾਟ ਓਨਲੀ ਪੰਜਾਬ, ਜਿੱਥੇ ਵੀ ਨॉन बीजेपी ਰੂਲਡ ਗਵਰਨਮੈਂਟਸ ਹੈ, ਉਹਨਾਂ ਦਾ ਜਿਹੜਾ ਕੰਡਕਟ ਹੈ ਉਹ ਪੋਲੀਟੀਕਲੀ ਮੋਟੀਵੇਟਡ ਹੈ ਔਰ ਪਾਰਟਿਕੂਲਰ ਏਜੰਡੇ ਨੂੰ ਅੱਗੇ ਵਧਾ ਰਿਹਾ। ਇੱਕ ਗੱਲ। ਦੂਜੀ ਗੱਲ ਗਗਨ ਜੀ, ਮੁੱਖ ਮੰਤਰੀ ਜੀ ਨੇ ਅੱਜ ਬਹੁਤ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਹੈ। ਦੇਖੋ ਮਤਲਬ ਇਹ ਇੰਤਹਾ ਆ ਤਾਨਾਸ਼ਾਹੀ ਦੀ ਕਿ ਚਿੱਠੀਆਂ ਦਾ ਜਵਾਬ ਨਹੀਂ ਦਿੱਤਾ ਤੇ ਮੈਂ ਗਵਰਨਰ ਰੂਲ ਵਾਸਤੇ ਰਿਕਮੈਂਡ ਕਰ ਦੂੰਗਾ, ਜਾਂ ਮੈਂ ਮਤਲਬ 356 ਦੇ ਜਿਹੜਾ ਸੈਕਸ਼ਨ 356 ਹੈ, ਆਰਟੀਕਲ 356 ਕਿ ਗਵਰਨਰੀ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੈ। ਮਤਲਬ ਇਹ ਇੰਤਹਾ ਆ ਕਿ ਚਿੱਠੀ ਦਾ ਜਵਾਬ ਨਹੀਂ ਦੇਣਾ। ਔਰ ਚਿੱਠੀਆਂ ਵਾਲੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਜੀ ਨੇ ਵੀ ਇਹ ਗੱਲ ਬੜੀ ਅੱਜ ਸਪਸ਼ਟ ਕੀਤੀ ਆ। ਬੇਸਿਕਲੀ ਗਗਨ ਜੀ ਇਹ ਬਹੁਤ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ, ਰੂਟੀਨ ਦੇ ਮੈਟਰ ਹੁੰਦੇ ਆ। ਗਵਰਨਰ ਨੂੰ ਚਿੱਠੀਆਂ ਜਾਣੀਆਂ, ਗਵਰਨਰ ਦੇ ਸੀਐਮ ਆਫਿਸ ਤੋਂ ਜਾਣੀਆਂ, ਰੂਟੀਨ ਦਾ ਮੈਟਰ ਹੁੰਦਾ। ਅੱਜ ਮੁੱਖ ਮੰਤਰੀ ਜੀ ਨੇ ਕਿਹਾ 16 ਚੋਂ 9 ਚਿੱਠੀਆਂ ਦੇ ਜਵਾਬ ਵੀ ਤੁਹਾਨੂੰ ਚਲੇ ਗਏ, ਲੇਕਿਨ ਗਵਰਨਰ ਸਾਹਿਬ ਨੇ ਕਦੀ ਇਹਦਾ ਜ਼ਿਕਰ ਨਹੀਂ ਕੀਤਾ ਸੀ। ਔਰ ਅੱਜ ਇਹ ਬੜਾ ਸਪਸ਼ਟ ਹੋ ਗਿਆ ਕਿ ਗਵਰਨਰ ਸਾਹਿਬ, ਚਾਹੇ ਉਹ ਲਾਅ ਐਂਡ ਆਰਡਰ ਦੀ ਗੱਲ ਕੀਤੀ ਉਹਨਾਂ ਨੇ, ਮੁੱਖ ਮੰਤਰੀ ਜੀ ਨੇ ਬੜੇ ਆંકੜਿਆਂ ਨਾਲ, ਫਿਗਰਸ ਨਾਲ, ਜਿਹੜੀ ਸਾਡੀ ਅਫੀਸ਼ੀਅਲ ਰਿਪੋਰਟਸ ਹੈ, ਦੇਖੋ ਮੂੰਹ ਕਿਹੜਾ ਮਰਜ਼ੀ ਚਲਾਈ ਜਾਵੇ, ਗੱਲ ਵੱਖਰੀ ਆ। ਜਿਹੜੀ NCRB ਦੀ ਰਿਪੋਰਟ ਹੈ, ਜੋ ਪਾਰਲੀਮੈਂਟ 'ਚ ਰਿਪੋਰਟਸ ਰੱਖੀ ਜਾਂਦੀ ਹੈ, ਤੇ ਪੰਜਾਬ ਤੇ ਬਹੁਤ ਬਿਹਤਰ ਸਥਿਤੀ 'ਚ ਹੈ। ਔਰ ਸੈਂਟਰ ਸਰਕਾਰ ਦੀ ਰਿਕਮੈਂਡੇਸ਼ਨ ਜੋ ਹੈ, ਜਿਹੜੀ ਸੈਂਟਰ ਸਰਕਾਰ ਦੀ ਰਿਪੋਰਟ ਹੈ ਪਾਰਲੀਮੈਂਟ, ਗੁਜਰਾਤ ਤੋਂ ਬਾਅਦ ਦੂਜੇ ਨੰਬਰ ਤੇ ਹੈ। ਨਸ਼ਿਆਂ ਨੂੰ ਲੈ ਕੇ ਵੀ ਉਹਨਾਂ ਨੇ ਤਮਾਮ ਜਿਹੜੀਆਂ ਮੁੱਖ ਮੰਤਰੀ ਜੀ ਨੇ ਗੱਲਾਂ ਕੀਤੀਆਂ, ਜੋ ਉਪਰਾਲੇ ਕਰ ਰਹੇ ਹੈ ਸਰਕਾਰ। ਲੇਕਿਨ ਸਭ ਤੋਂ ਬੁਨਿਆਦੀ ਸਵਾਲ ਇਹ ਹੈ ਕਿ ਤੁਸੀਂ ਚਿੱਠੀਆਂ ਦਾ ਜਵਾਬ ਡਿਲੇ ਹੋ ਗਿਆ ਤੇ ਤੁਸੀਂ ਕਹੋਗੇ ਪ੍ਰੈਜ਼ੀਡੈਂਟ ਨੂੰ ਇਹ ਧਮਕੀ ਨਹੀਂ ਹੈ, ਇਹ ਕਨਸਟੀਟਿਊਸ਼ਨਲ ਲੈਂਗੁਏਜ ਹੈ। ਇਹ ਇੱਕ ਗਵਰਨਰ ਦੀ ਜਿਹੜੀ ਚੇਅਰ ਹੈ ਉਹਦੀ ਗਰਿਮਾ ਨੂੰ ਮੈਨੂੰ ਲੱਗਦਾ ਨਹੀਂ ਸੂਟ ਕਰਦੀ ਹੈ। ਔਰ ਫਿਰ ਤੁਹਾਡੇ ਵੱਲ ਇੰਨੇ ਬਿੱਲ ਪੈਂਡਿੰਗ ਹੈ, ਉਹਦਾ ਕੀ ਜਵਾਬ ਹੈ? ਔਰ ਫਿਰ ਜਿਹੜੇ ਪੰਜਾਬ ਦੇ ਇਸ਼ੂਜ਼ ਨੇ ਗਗਨ ਜੀ, ਸਭ ਤੋਂ ਇੰਪੋਰਟੈਂਟ ਗੱਲ ਹੈ, ਤੁਸੀਂ ਗਵਰਨਰ ਪੰਜਾਬ ਦੇ ਗਵਰਨਰ, ਤੁਸੀਂ ਪੰਜਾਬ ਦੇ ਤੇ ਪੰਜਾਬ ਦੀ ਮਸ਼ੀਨਰੀ ਵਰਤਦੇ ਹੋ, ਸਾਰਾ ਕੁਝ ਚਲੋ ਤੁਹਾਡਾ ਅਧਿਕਾਰ ਹੈ, ਲੇਕਿਨ ਤੁਸੀਂ ਵਕਾਲਤ ਹਮੇਸ਼ਾ ਐਂਟੀ। ਪਰ ਕੰਗ ਸਾਹਿਬ ਸਵਾਲ ਇੱਥੇ ਇਹ ਵੀ ਹੈਗਾ ਹੈ ਕਿ ਅਲਟੀਮੇਟਲੀ ਤਾਂ ਜਵਾਬ ਤਾਂ ਇਸ ਚਿੱਠੀ ਦਾ ਵੀ ਦੇਣਾ ਹੀ ਪੈਣਾ, ਜਿਹੜਾ ਚਿੱਠੀ ਦੇ ਰਾਹੀਂ ਕਈ ਸਾਰੇ ਸਵਾਲ 4.5 ਪੰਨਿਆਂ ਦੀ, ਤਕਰੀਬਨ 4 ਪੰਨਿਆਂ ਦੀ ਜਿਹੜੀ ਚਿੱਠੀ ਹੈ, ਜਵਾਬ ਦੇ ਕੇ ਡਾਕੂਮੈਂਟਡ ਗੱਲ ਕਰਕੇ ਹੀ ਪੂਰੇ ਦਾ ਪੂਰਾ ਇਹ ਕਿਹਾ ਜਾਵੇ ਕਿ ਸਰਕਾਰ ਆਪਣਾ ਪੱਖ ਰੱਖੇਗੀ। ਕੰਗ ਸਾਹਿਬ ਚਿੱਠੀਆਂ ਜਾਣੀਆਂ ਆਉਣੀਆਂ ਇਹ ਸੁਭਾਵਿਕ ਤੌਰ ਤੇ ਆ। ਕਨਸਟੀਟਿਊਸ਼ਨ ਜਿਹੜਾ ਆ ਉਹ ਰੀਅਲ ਸੈਂਸ ਇੰਪਾਵਰ ਕਰਦਾ ਇਲੈਕਟਡ ਲੋਕਾਂ ਨੂੰ, ਲੇਕਿਨ ਇੱਕ ਪ੍ਰੋਸੈਸ ਬਣਿਆ ਹੋਇਆ ਸਾਡੇ ਕਿ ਗਵਰਨਰ ਦੇ ਆਫਿਸ ਨੂੰ ਜਾਣਾ ਆ, ਉੱਥੋਂ ਇੱਕ ਸਹਿਮਤੀ ਵੀ ਹੋਣੀ, ਉਹਦੀ ਰਿਕਮੈਂਡੇਸ਼ਨ ਜਿਹੜੀ ਉੱਥੋਂ ਹੋ ਕੇ ਆਉਣੀ ਹੈ, ਉਹ ਰੂਟੀਨ ਦਾ ਮੈਟਰ ਹੈ। ਉਹਨੂੰ ਕੋਈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਕਿ ਉੱਤੇ ਗਵਰਨਰ ਸਾਹਿਬ ਹਰ ਰੋਜ਼ ਉੱਤੇ ਲੜਾਈ ਪਾ ਕੇ ਬਹਿ ਜਾ ਕਰ। ਤੇ ਫਿਰ ਗੱਲ ਇਹ ਆ ਕਿ ਮਣੀਪੁਰ 'ਚ ਕਤਲੇਆਮ ਹੋਇਆ, ਬੱਚੀਆਂ ਦੀਆਂ ਕਿਸ ਤਰੀਕੇ ਨਾਲ ਰੇਪ ਹੋ ਰਿਹਾ, ਤੇ ਉੱਥੇ ਗਵਰਨਰ ਰੂਲ, ਉੱਥੇ ਤੇ ਕੋਈ ਗੱਲ ਨਹੀਂ ਕਰਦਾ। ਆ ਹਰਿਆਣਾ ਤੇ ਗਵਾਂਢੀ ਹੈ ਨਾ, ਮੁੱਖ ਮੰਤਰੀ ਜੀ ਨੇ ਜਿਹੜੀ ਗੱਲ ਕਹੀ ਆ, ਇਹ ਤੇ ਗਵਰਨਰ ਹਾਊਸ ਦੀ ਕੰਧ ਵੀ ਸਾਡੇ ਗਵਰਨਰ ਦੇ ਨਾਲ ਹੀ ਲੱਗਦੀ ਹੈ। ਉੱਥੇ ਗਵਰਨਰ ਰੂਲ ਦੀ ਕੋਈ ਗੱਲ ਨਹੀਂ ਕਰਦਾ। ਕਿਸ ਤਰੀਕੇ ਨਾਲ ਲੋਕਾਂ ਦਾ ਉੱਥੇ ਮਾਰਿਆ ਗਿਆ, ਔਰ ਕਮਿਊਨਲ ਵਾਇਲੈਂਸ ਔਰ ਸਪਾਂਸਰਡ ਸੀਗੇ ਭਾਜਪਾ ਵੱਲੋਂ। ਸੋ ਡੈਫੀਨੇਟਲੀ ਗਵਰਨਰ ਸਾਹਿਬ BJP ਦੇ ਏਜੰਡੇ ਨੂੰ ਜਿਹੜਾ ਆ ਉਹ ਅੱਗੇ ਵਧਾ ਰਹੇ। ਔਰ ਮੁੱਖ ਮੰਤਰੀ ਜੀ ਨੇ ਬੜੀ ਸਪਸ਼ਟ ਗੱਲ ਕਹੀ ਹੈ, ਜਿੱਥੇ ਪਹਿਲਾਂ ਇਹ ਕੋਸ਼ਿਸ਼ ਕਰਦੇ ਆ ਤੋੜ ਭੰਨ ਕਰ ਲਓ, ਆਪਰੇਸ਼ਨ ਲੋਟਸ ਕਰ ਲਓ, ਉਹ ਜਿੱਥੇ ਵਾਹ ਨਹੀਂ ਚੱਲਦਾ ਤੇ ਉੱਥੇ ਚਲੋ ਲੈਫਟੀਨੈਂਟ ਗਵਰਨਰ ਤੇ ਗਵਰਨਰ ਆ ਰਿਹਾ। ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ, ਮੈਂ ਤੁਹਾਡੇ ਰਾਹੀਂ ਗਵਰਨਰ ਸਾਹਿਬ ਨੂੰ ਬੇਨਤੀ, ਇਹ ਪੰਜਾਬੀ ਜਿਹੜੀ ਕੌਮ ਹੈ ਇਹ ਬੜੀ ਮਤਲਬ ਗੈਰਤ ਵਾਲੀ ਕੌਮ ਹੈ। ਜੇ ਤੁਸੀਂ ਸੋਚਦੇ ਹੋਗੇ ਨਾ ਅਸੀਂ ਚਲਾ ਲਾਂਗੇ ਧਮਕਾ ਲਾਂਗੇ, ਇਹ ਕਿਤੇ ਇਹ ਮਤਲਬ ਮੈਨੂੰ ਲੱਗਦਾ ਇਹ ਭੁਲੇਖਾ ਨਹੀਂ ਪਾਲਣਾ ਚਾਹੀਦਾ। ਮਤਲਬ ਸੌਰੀ ਟੂ ਸੇ ਕਿ ਇਹ ਇਸ ਤਰ੍ਹਾਂ ਦੀ ਭਾਸ਼ਾ ਗਵਰਨਰ ਸਾਹਿਬ ਨੂੰ ਬਾਜ਼ ਹੋਣਾ ਚਾਹੀਦਾ। ਔਰ ਜਿਹੜਾ ਉਹਨਾਂ ਦਾ ਸੰਵਿਧਾਨਿਕ ਅਹੁਦਾ ਆ, ਠੀਕ ਹੈ, ਹੁਣ ਇਹ ਤੇ ਵਾਈਟ ਐਲੀਫੈਂਟ ਬਣ ਗਏ ਆ, ਲੋੜ ਤੇ ਇਹਨਾਂ ਦੀ ਹੈ ਨਹੀਂ ਸੀ, ਲੇਕਿਨ ਦੇਸ਼ ਭੁਗਤ ਰਿਹਾ, ਲੇਕਿਨ ਉਹਦੀ ਅਹੁਦੇ ਦੀ ਸਨਮਾਨ ਕਰ ਔਰ ਉਹਦੀ ਲਿਮਿਟੇਸ਼ਨ 'ਚ ਰਹਿਣ। ਠੀਕ ਹੈ ਕੰਗ ਸਾਹਿਬ, ਬਣੇ ਰਹੋ ਸਾਡੇ ਨਾਲ। ਅਨਿਲ ਸਰੀਨ ਸਾਹਿਬ ਸਾਡੇ ਨਾਲ ਜੁੜ ਰਹੇ ਨੇ, BJP ਦੇ ਆਗੂ ਨੇ। ਸਰੀਨ ਸਾਹਿਬ ਬਹੁਤ ਬਹੁਤ ਸਵਾਗਤ ਹੈ। ਬਹੁਤ ਸਿੱਧਾ ਜਿਹਾ ਸਵਾਲ ਉੱਠ ਰਿਹਾ ਹੈ ਕਿ ਜਿਹੜੀ ਭਾਸ਼ਾ ਦਾ ਗਵਰਨਰ ਨੇ ਇਸਤੇਮਾਲ ਕੀਤਾ, ਕਿ ਵਾਕਈ ਉਸ ਦੀ ਲੋੜ ਸੀ? ਚਿੱਠੀਆਂ ਦਾ ਜਵਾਬ ਨਹੀਂ ਗਿਆ ਤਾਂ ਸਿੱਧਾ ਕਹਿ ਦਿੱਤਾ ਜਾਵੇ ਕਿ ਮੈਂ 356 ਦੀ ਕਾਰਵਾਈ ਲਈ ਸਿਫਾਰਿਸ਼ ਕਰਨ ਲਈ ਮਜਬੂਰ ਹੋਵਾਂਗਾ। ਇਸ ਤਰੀਕੇ ਦੀ ਭਾਸ਼ਾ ਵਰਤੀ ਜਾਣੀ ਕਿ ਵਾਕਈ ਇਸ ਦੀ ਲੋੜ ਸੀ? ਸਰੀਨ ਸਾਹਿਬ देखो गल ये है कि मुख्यमंत्री और गवर्नर दो पिलर्स ने सरकार दे जी, दोनों कंस्टिट्यूशनल पोस्ट ने और दोनों का आपस के विच रल के चलना
ਹਮੇਸ਼ਾ ਸਟੇਟ ਦੇ ਹਿੱਤ 'ਚ ਚਾਹੁੰਦਾ ਹੈਗਾ। ਬਿਲਕੁਲ। ਲੇਕਿਨ ਸਮੱਸਿਆ ਪੰਜਾਬ ਦੀ ਕੀ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਤੇ ਸੰਵਿਧਾਨ ਨੂੰ ਮੰਨੇ, ਨਾ ਦੇਸ਼ ਦੇ ਕਾਨੂੰਨ ਨੂੰ ਮੰਨੇ, ਨਾ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਮੰਨੇ, ਤੇ ਗਵਰਨਰ ਸਾਹਿਬ ਕੋਲ ਕੀ ਚਾਰਾ ਰਹਿ ਜਾਂਦਾ ਫਿਰ ਬਾਰ-ਬਾਰ। ਔਰ ਫਿਰ ਉੱਤੋਂ ਮੁੱਖ ਮੰਤਰੀ ਜੀ ਉਹ ਸ਼ਬਦਾਵਲੀ ਵਰਤਣ ਜਿਹੜੀ ਕਿ ਸਾਰੇ ਪੰਜਾਬ ਨੂੰ ਸ਼ਰਮਸਾਰ ਕਰੇ, ਕਿਉਂਕਿ ਪੰਜਾਬੀ ਹਮੇਸ਼ਾ ਜਿਹੜਾ ਹੈਗਾ ਆਦਰ ਔਰ ਸਤਿਕਾਰ ਲਈ ਜਾਣੇ ਜਾਂਦੇ ਨੇ। ਲੇਕਿਨ ਜਿਸ ਤਰ੍ਹਾਂ ਦੀ ਭਾਸ਼ਾ ਮੁੱਖ ਮੰਤਰੀ ਜੀ ਯੂਜ਼ ਕਰਦੇ ਨੇ, ਉਹ ਸ਼ਾਇਦ ਆਪਣੇ ਜਿਹੜਾ ਪਿਛਲਾ ਉਹਨਾਂ ਦਾ ਪਿਛੋਕੜ ਹੈਗਾ ਕਾਮੇਡੀ ਸਰਕਸ ਵਾਲਾ, ਉਸ ਤੋਂ ਸ਼ਾਇਦ ਬਾਹਰ ਨਹੀਂ ਆ ਪਾਉਂਦੇ। ਸੋ ਇਸ ਕਰਕੇ ਇਹ ਬੜਾ ਮੰਦਭਾਗਾ ਹੈਗਾ। ਔਰ ਸਟੇਟ ਦੇ ਹਿੱਤ ਇਹੀ ਹੈਗਾ ਕਿ ਹੁਣ ਗਵਰਨਰ ਸਾਹਿਬ ਨੇ ਤੇ ਦੇਖੋ ਸੰਵਿਧਾਨਿਕ ਅਧਿਕਾਰ, ਮੈਂ ਇੱਕ ਗੱਲ ਕਰਦਾ ਹੈਗਾ, ਉਹਨੇ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ, ਚਾਹੇ ਅਕਾਲੀ ਦਲ ਹੋਵੇ, ਚਾਹੇ ਬੀਜੇਪੀ ਹੋਵੇ, ਚਾਹੇ ਕਾਂਗਰਸ ਹੋਵੇ, ਜੇ ਸਰਕਾਰ ਨਾਲ ਕੋਈ ਸ਼ਿਕਾਇਤ ਹੋਵੇ, ਸਰਕਾਰ ਦੇ ਇਸ਼ੂਜ਼ ਦੇ ਉੱਤੇ ਕੋਈ ਇਸ਼ੂ ਹੋ ਜਾਵੇ, ਤੇ ਆਪਾਂ ਕੀ ਕਰਦੇ ਹਾਂ? ਆਪਾਂ ਗਵਰਨਰ ਸਾਹਿਬ ਕੋਲ ਜਾਂਦੇ ਨਾ, ਰਿਪਰੈਜ਼ੈਂਟੇਸ਼ਨ ਦਿੰਦੇ ਆ। ਤੇ ਗਵਰਨਰ ਸਾਹਿਬ ਦੀ ਸਰਕਾਰ ਕੌਣ ਹੈ? ਇਹ ਸਰਕਾਰ ਦੇ ਗਵਰਨਰ ਸਾਹਿਬ ਦੇ ਨਾਂ ਤੇ ਚੱਲਦੀ ਹੈ ਨਾ। ਉਹ ਆਪਣੀ ਸਰਕਾਰ ਜਾਂ ਆਪਣੇ ਅਫਸਰਾਂ ਕੋਲੋਂ ਉਹ ਤੇ ਟਿੱਪਣੀ ਮੰਗ ਲੈਣਗੇ, ਕੋਈ ਆਹ ਰਿਪਰੈਜ਼ੈਂਟੇਸ਼ਨ ਆਈ, ਦੱਸੋ ਇਹਦੇ ਬਾਰੇ ਕੀ ਆਪਣਾ ਹੈਗਾ। ਤੇ ਆਪਾਂ ਕਹੀਏ ਜੀ ਮੈਂ ਤੇ ਮੁੱਖ ਮੰਤਰੀ ਹਾਂ, ਮੈਂ ਤੇ ਤੁਹਾਨੂੰ ਜਵਾਬ ਕਿਉਂ ਦਿਆਂ? ਨਹੀਂ ਸਰੀਨ ਸਾਹਿਬ, ਪਰ ਅੱਜ ਸੀਐਮ ਸਾਹਮਣੇ ਆਏ ਤਾਂ ਸੀਐਮ ਨੇ ਇੱਕ ਦਾਅਵਾ ਕੀਤਾ ਕਿ 16 ਚਿੱਠੀਆਂ ਹੁਣ ਤੱਕ ਆਈਆਂ ਨੇ, ਉਹਨਾਂ ਚੋਂ 9 ਦਾ ਤਕਰੀਬਨ ਜਵਾਬ ਦੇ ਚੁੱਕੇ, 7 ਜਿਹੜੀ ਬਾਕੀ ਨੇ ਉਹਨਾਂ ਦਾ ਵੀ ਜਵਾਬ ਅਸੀਂ ਤਿਆਰ ਕਰ ਰਹੇ ਹਾਂ, ਇਹ ਉਹਨਾਂ ਨੇ ਕਿਹਾ। ਔਰ ਔਨ ਰਿਕਾਰਡ ਬਾਕੀ ਸਾਰੇ ਅੰਕੜੇ ਵੀ ਪੇਸ਼ ਕੀਤੇ ਉਹਨਾਂ ਨੇ ਕਿ ਇੰਨੇ ਮਾਮਲੇ ਅਸੀਂ ਦਰਜ ਕੀਤੇ ਹੈ, ਇੰਨੀ ਹੈਰੋਇਨ ਅਸੀਂ ਫੜੀ ਹੈ, ਇੰਨੇ ਗੈਂਗਸਟਰਾਂ ਤੇ ਕਾਰਵਾਈ ਕੀਤੀ ਹੈ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਜਿਹੜੇ ਸਵਾਲ ਚੁੱਕੇ ਗਏ ਸੀਗੇ, ਜਾਂ ਚਿੱਠੀਆਂ ਦੇ ਜਵਾਬ ਨੂੰ ਲੈ ਕੇ ਜਿਹੜੇ ਸਵਾਲ ਚੁੱਕੇ ਗਏ ਸੀ, ਬਲਵਿੰਦਰ ਕੰਗ ਸਾਹਿਬ ਵੀ ਸਾਡੇ ਨਾਲ ਨੇ, ਉਹ ਵੀ ਕਹਿ ਰਹੇ ਸੀਗੇ ਕਿ ਸਾਰੇ ਜਵਾਬ ਦਿੱਤੇ ਗਏ ਨੇ ਔਰ ਅੰਡਰ ਪ੍ਰੋਸੈਸ ਨੇ। ਪਰ ਜਦੋਂ ਇਸ ਤਰੀਕੇ ਦੀ ਤਲਖੀ ਸਾਹਮਣੇ ਆਉਂਦੀ ਹੈ ਕਿ 356 ਦਾ ਤੁਸੀਂ ਜ਼ਿਕਰ ਕਰੋ, ਔਰ ਉਹ ਵੀ ਉਸ ਸੂਬੇ ਵਿੱਚ ਜਿਸ ਨੇ ਇਸ ਧਾਰਾ ਨੂੰ ਸਭ ਤੋਂ ਵੱਧ ਹੰਡਾਇਆ ਹੈ ਇੱਕ ਕਾਲੇ ਦੌਰ ਦੇ ਵਿੱਚ ਜਾਂ ਉਸ ਦੇ ਆਲੇ ਦੁਆਲੇ, ਤੇ ਉਸ ਸੂਬੇ ਦੇ ਵਿੱਚ ਇਸ ਤਰੀਕੇ ਦੀ ਚੇਤਾਵਨੀ ਦੇਣਾ ਆਪਣੇ ਆਪ ਵਿੱਚ ਕਿਤੇ ਨਾ ਕਿਤੇ ਪਿੰਚ ਵੀ ਹੁੰਦਾ ਹੈ ਬੀਇੰਗ ਪੰਜਾਬੀ। ਸਰੀਨ ਸਾਹਿਬ ਮੈਨੂੰ ਇੱਕ ਚੀਜ਼ ਦੱਸੋ, ਅੱਜ ਵੀ ਹਜੇ ਕਹਿ ਰਹੇ ਨੇ ਕਿ ਬਾਕੀ ਜਿਹੜੇ 7 ਰਹਿੰਦੇ ਨੇ, ਜੋ ਇਹਨਾਂ ਨੇ ਕਿਹਾ ਭਗਵੰਤ ਮਾਨ ਜੀ ਨੇ, ਮੈਂ ਉਹਨਾਂ ਦੀ ਸ਼ਬਦਾਵਲੀ ਕਹਿ ਰਿਹਾ ਕਿ 16 ਇਨਕੁਆਇਰੀਜ਼ ਮੰਗੀਆਂ ਸੀ, ਅਸੀਂ 9 ਦਿੱਤੀਆਂ ਨੇ, 7 ਰਹਿੰਦੀਆਂ ਨੇ। ਤੇ ਆਪਾਂ ਨੂੰ ਉਹ 7 ਜਿਹੜੇ ਅੱਜ ਵੀ ਅਸੀਂ ਪ੍ਰੈਸ ਕਾਨਫਰੰਸ ਵਿੱਚ ਬੋਲਦੇ ਪਏ ਆ, ਜੇ ਆਪਾਂ ਨਾਰਮਲ, ਇਹ ਔਰ ਅੱਜ ਦਾ ਨਹੀਂਗਾ, ਇਹ ਹਮੇਸ਼ਾ ਜਦੋਂ ਦਾ ਸੰਵਿਧਾਨ ਬਣਿਆ ਉਹਦੇ ਬਾਅਦ ਇੱਕ ਰੂਟੀਨ ਪ੍ਰੋਸੈਸ ਹੈਗਾ ਕਿ ਗਵਰਨਰ ਸਾਹਿਬ ਕੁਐਰੀ ਕਰਦੇ, ਕੋਈ ਕੁਐਰੀ ਉਹਨਾਂ ਕੋਲ ਆਉਂਦੀ ਹੈ ਜਾਂ ਕੋਈ ਗੱਲ ਆਉਂਦੀ ਹੈ, ਉਹ ਸਰਕਾਰ ਕੋਲ ਪੁੱਛਦੇ, ਸਰਕਾਰ ਉਹਦਾ ਜਵਾਬ ਦੇ ਦਿੰਦੀ ਹੈ, ਠੀਕ ਹੈ ਨਾ। ਇਹ ਇੱਕ ਨਾਰਮਲ ਪ੍ਰੋਸੈਸ ਹੈਗਾ। ਲੇਕਿਨ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਕਿ ਉਸ ਨਾਰਮਲ ਪ੍ਰੋਸੈਸ ਨੂੰ ਵੀ ਅਡਾਪਟ ਕਰਨ ਦੇ ਉੱਤੇ ਆਪਣੀ ਹੱਦ ਤੱਕ ਮਹਿਸੂਸ ਕਰਦੀ ਹੈ। ਇਹ ਅਹੰਕਾਰ ਤੋਂ ਭਰੀ ਹੋਈ ਸਰਕਾਰ ਹੈ ਕਿ ਸਾਨੂੰ ਕੋਈ ਪੁੱਛ ਨਹੀਂ ਸਕਦਾ, ਸਾਡੇ ਕਿਸੇ ਨੂੰ ਜਵਾਬ ਦੇਣਗੇ। ਇਸ਼ੂ ਤੇ ਸਿਰਫ ਇੰਨਾ ਸੀਗਾ ਜੀ, ਉਹਨਾਂ ਦੇ ਕੋਲ ਕੁਐਰੀ ਆਈ, ਤੁਸੀਂ ਕੁਐਰੀ ਦਾ ਜਵਾਬ ਦੇ ਦਿਓ, ਤਾਂ ਰੇੜਕਾ ਕਿਸ ਗੱਲ ਦਾ ਜੀ? ਅੱਜ ਵੀ ਕਹਿੰਦੇ ਮੈਂ 7 ਦਾ ਭੇਜਾਂਗਾ। ਜਿਹੜੇ ਤੁਸੀਂ ਆંકੜੇ ਅੱਜ ਦਿੱਤੇ ਨੇ, ਜਦੋਂ ਗਵਰਨਰ ਸਾਹਿਬ ਦੀ ਚਿੱਠੀ ਆਈ ਉਹ ਉਹਨਾਂ ਨੂੰ ਭੇਜ ਦਿਓ, ਤੇ ਫਿਰ ਰੇੜਕਾ ਕਿਸ ਗੱਲ ਦਾ ਰਵੇ? ਕੰਗ ਸਾਹਿਬ ਕੁਝ ਕੋਰਸ ਕੀਤੇ ਹੈ ਨਾ, ਗਵਰਨਰ ਸਾਹਿਬ ਨੂੰ ਭੇਜ ਦਿੰਦੇ, ਰੇੜਕਾ ਹੀ ਕੁਝ ਨਹੀਂ ਸੀਗਾ ਜੀ, ਇਸ਼ੂ ਕੁਝ ਨਹੀਂ ਸੀਗਾ। ਸਰੀਨ ਸਾਹਿਬ ਜਵਾਬ ਲੈਣੇ। ਕੰਗ ਸਾਹਿਬ ਕੀ ਡਿਲੇ ਹੋਣਾ, ਥੋੜਾ ਜਿਹਾ ਡਿਲੇ ਹੋਣਾ ਕਿਤੇ ਇਸ ਗੱਲ ਦੀ ਵਜ੍ਹਾ ਬਣਿਆ ਕਿ ਤਲਖੀ ਵੱਧ ਗਈ? ਨਹੀਂ, ਪਹਿਲੀ ਗੱਲ ਗਗਨ ਜੀ, ਪਹਿਲੀ ਗੱਲ ਮੇਰਾ ਬੀਜੇਪੀ ਨੂੰ ਚੈਲੰਜ ਹੈ, ਅਗਰ ਗਵਰਨਰ ਸਹੀ ਆ ਤੇ ਪੰਜਾਬ ਬੀਜੇਪੀ ਧਰਨਾ ਲਾਵੇ ਜਾਖੜ ਸਾਹਿਬ ਦੀ ਅਗਵਾਈ 'ਚ ਕਿ 356 ਪੰਜਾਬ 'ਚ ਲੱਗਣੀ ਚਾਹੀਦੀ ਆ। ਜੇ ਗਵਰਨਰ ਸਾਹਿਬ ਸਹੀ ਆ, ਬੀਜੇਪੀ ਸਟੈਂਡ ਲਵੇ, ਪੰਜਾਬ ਬੀਜੇਪੀ ਕਿ ਹਾਂ ਲਾਓ, ਧਰਨਾ ਲਾਵੇ ਗਵਰਨਰ ਹਾਊਸ ਦੇ ਬਾਹਰ ਕਿ 356 ਲਾਓ, ਨਾਲੇ ਪਤਾ ਲੱਗ ਜੂ ਇਹਨਾਂ ਦਾ ਵੀ। ਦੂਜੀ ਗੱਲ, 9 ਚਿੱਠੀਆਂ ਦਾ ਜ਼ਿਕਰ ਮੁੱਖ ਮੰਤਰੀ ਜੀ ਨੇ ਕੀਤਾ, ਗਗਨ ਜੀ ਇਹ ਗਵਰਨਰ ਨੂੰ ਨਹੀਂ ਕਰਨਾ ਚਾਹੀਦਾ ਸੀ? ਸਰੀਨ ਸਾਹਿਬ ਕਹਿ ਰਹੇ ਰੂਟੀਨ ਦਾ ਮੈਟਰ ਹੈ, ਮੈਂ ਵੀ ਇਹੀ ਗੱਲ ਕਹੀ, ਰੂਟੀਨ ਦਾ ਮੈਟਰ ਹੈ। ਇਹ ਕੋਈ ਮਤਲਬ ਇਸ ਤਰ੍ਹਾਂ ਪ੍ਰੈਸ ਕਾਨਫਰੰਸਾਂ ਨਹੀਂ ਕਰਦੀਆਂ। ਇਹ ਪਹਿਲਾ ਗਵਰਨਰ ਹੈ ਜਿਹਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਪੰਜਾਬ ਯੂਨੀਵਰਸਿਟੀ ਹਰਿਆਣੇ ਨੂੰ ਦੇ ਦਿਓ, ਤਾਂ ਗਵਰਨਰ ਪੰਜਾਬ ਦਾ ਹੈ, ਤੇ ਇਹ ਬੀਜੇਪੀ ਦਾ ਐਂਟੀ ਚਿਹਰਾ ਨਹੀਂ ਹੈ ਪੰਜਾਬ ਦਾ ਐਂਟੀ। ਇਸ ਤੋਂ ਵੱਧ ਕੀ ਸਬੂਤ ਚਾਹੀਦਾ? ਇਸ ਤੋਂ ਵੱਧ ਕੀ ਸਬੂਤ ਚਾਹੀਦਾ? ਤੁਸੀਂ ਸਾਡੇ ਐਸਐਸਪੀ ਨੂੰ ਰਾਤੋਂ ਰਾਤ ਲਾ ਦਿੰਦੇ ਹੋ, ਪੈਨਲ ਵੀ ਨਹੀਂ ਮੰਗਦੇ, ਤੇ ਹਰਿਆਣੇ ਦੇ ਅਫਸਰਾਂ ਨੂੰ ਚਾਰਜ ਦੇ ਦਿੰਦੇ ਹੋ। ਇਸ ਤੋਂ ਐਂਟੀ ਪੰਜਾਬ ਬੀਜੇਪੀ ਦਾ ਚਿਹਰਾ ਕਿਹੜਾ ਹੋ ਸਕਦਾ? ਤੀਸਰੀ ਗੱਲ, ਇਹ ਗਵਰਨਰ ਜਿਹੜੇ ਆ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨਹੀਂ ਹੈ ਉੱਥੇ ਜਾਗਦੇ ਆ। ਹਰਿਆਣੇ 'ਚ ਕੀ ਹਾਲਾਤ ਹੋਏ ਆ? ਕੀ ਗਵਰਨਰ ਇੱਕ ਚਿੱਠੀ ਲਿਖੀ, ਕਿਸੇ ਲਿਖੀ ਦੱਸ ਦੇਣ? ਆ ਯੂਪੀ 'ਚ ਸ਼ਰੇਆਮ ਦਲਿਤਾਂ ਦੀਆਂ ਬੱਚੀਆਂ ਨੂੰ ਇਹ ਬੀਜੇਪੀ ਦੇ ਲੀਡਰਾਂ ਦੇ ਨਾਂ ਹੁੰਦੇ ਆ, ਰੇਪ ਕਰਕੇ ਉਹਨਾਂ ਨੂੰ ਸਾੜ ਦਿੰਦੇ ਆ। ਕਿਸੇ ਗਵਰਨਰ ਨੇ ਚਿੱਠੀ ਲਿਖੀ? ਆ ਗੁਜਰਾਤ ਹੈ, ਬੀਜੇਪੀ ਰੂਲਡ ਹੈ ਨਾ ਪਿਛਲੇ 20-25 ਸਾਲ ਤੋਂ ਹੈ, ਮੋਦੀ ਸਾਹਿਬ ਵੀ ਉੱਥੋਂ ਦੇ ਆ। ਸਭ ਤੋਂ ਵੱਡੀਆਂ ਖੇਪਾਂ ਨਸ਼ਿਆਂ ਦੀਆਂ 3-3 ਹਜ਼ਾਰ ਕਰੋੜ ਦੀਆਂ ਫੜੀਆਂ ਜਾ ਰਹੀਆਂ। ਕਿਸੇ ਗਵਰਨਰ ਨੇ ਚਿੱਠੀ ਲਿਖੀ? ਨਹੀਂ ਲਿਖੀ, ਨਹੀਂ ਲਿਖੀ ਨਾ। ਤਾਂ ਜਿਹੜਾ ਤੁਹਾਡਾ ਬੁਨਿਆਦੀ ਸਵਾਲ ਸੀ ਗਗਨ ਜੀ ਕਿ ਇਹ ਜਿਹੜਾ ਇੱਕ ਤੇ ਰਾਜਨੀਤੀ, ਬਿਲਕੁਲ ਇਹ ਪੋਲੀਟੀਕਲੀ ਮੋਟੀਵੇਟਡ ਬੀਜੇਪੀ ਦਾ ਏਜੰਡਾ ਆ।
ਗਵਰਨਰ ਦੇ ਆਫਿਸ ਦਾ ਮਿਸਯੂਜ਼ ਹੈ ਔਰ ਪੰਜਾਬੀਆਂ ਨੂੰ ਅਣਖੀ ਕੌਮ ਨੂੰ ਨੀਵਾਂ ਵਿਖਾਉਣਾ ਚਾਹੁੰਦੇ ਆ। ਇਹ ਭੁਲੇਖਾ ਵੀ ਕੱਢ ਦਾਂਗੇ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਚ ਕੱਢਿਆ। ਠੀਕ ਸਰੀਨ ਸਾਹਿਬ, 3 ਸਟੇਟ ਦਾ ਜ਼ਿਕਰ ਕੀਤਾ, यूपी ਦਾ ਜ਼ਿਕਰ ਹੋਇਆ, ਗੁਜਰਾਤ ਦਾ ਜ਼ਿਕਰ ਹੋਇਆ, ਹਰਿਆਣੇ ਦਾ ਜ਼ਿਕਰ ਹੋਇਆ ਔਰ ਮਣੀਪੁਰ ਦਾ ਵੀ ਜ਼ਿਕਰ ਹੋਇਆ ਸੀ ਕੁਝ ਦੇਰ ਪਹਿਲਾਂ। ਇਹਨਾਂ ਸਟੇਟ ਦੇ ਵਿੱਚੋਂ ਜੋ ਹਾਲਾਤ ਸੀਗੇ ਪਿਛਲੇ ਦਿਨਾਂ ਦੇ ਵਿੱਚ ਉਹ ਪੂਰੇ ਦੇਸ਼ ਨੇ ਦੇਖੇ, ਕਿੱਥੋਂ ਨਸ਼ਾ ਫੜਿਆ ਗਿਆ, ਕਿੱਥੋਂ ਘਟਨਾਵਾਂ ਹੋਈਆਂ, ਕਿ ਇਹਨਾਂ ਸਟੇਟ ਦੇ ਗਵਰਨਰਸ ਨੇ ਵੀ ਚਿੱਠੀਆਂ ਲਿਖੀਆਂ ਇਸ ਤਰੀਕੇ ਦੀਆਂ? ਨਹੀਂ, ਇਹਨਾਂ ਨੂੰ ਪਤਾ ਹੈਗਾ ਕਿਆ ਮਣੀਪੁਰ ਦੇ ਖੁਦ ਗਵਰਨਰ ਉਸੇ ਗਰਾਊਂਡ ਤੇ ਨਹੀਂ ਉਤਰੇ? ਨਹੀਂ, ਇਹਨਾਂ ਨੇ ਦੇਖਿਆ ਨਹੀਂ ਸੁਣਿਆ ਤੇ ਇਹਨਾਂ ਦਾ ਕਸੂਰ ਹੈਗਾ। ਮਣੀਪੁਰ ਦੇ ਗਵਰਨਰ ਖੁਦ ਉੱਥੇ ਜਾ ਕੇ ਉਹਨਾਂ ਪੀੜਤਾਂ ਨਾਲ ਮਿਲ ਕੇ ਆਏ ਨੇ। ਦੂਜੀ ਗੱਲ, ਇਹਨਾਂ ਦਾ ਆਮ ਆਦਮੀ ਪਾਰਟੀ ਦੀ ਇੱਕ ਗੱਲ ਹੈਗੀ ਹੈ, ਆਪਣੀ ਗੱਲਾਂ ਦਾ ਜਵਾਬ ਨਹੀਂ ਦੇਣਾ, ਦੂਜੇ ਪਾਸੇ ਤੋੜਨਾ। ਮੈਨੂੰ ਇੱਕ ਚੀਜ਼ ਦੱਸੋ, ਇਹ ਕਹਿੰਦੇ ਚੰਡੀਗੜ੍ਹ ਦੇ SSP ਦੀ ਗੱਲ ਕਰਦੇ ਨੇ, ਇੱਕ ਅਫਸਰ ਭ੍ਰਿਸ਼ਟਾਚਾਰ ਕਰਦਾ ਹੋਇਆ ਫੜਿਆ ਜਾਵੇ ਤੇ ਇਹਨਾਂ ਨੂੰ ਪੁੱਛਣਗੇ ਕਿ ਤੁਸੀਂ ਭ੍ਰਿਸ਼ਟਾਚਾਰੀ ਹੈ ਜੀ, ਮੈਂ ਇਹਨੂੰ ਪੁੱਛਣਾ ਵਾ? ਆਮ ਆਦਮੀ ਪਾਰਟੀ ਕੋਲ ਪੁੱਛਣਗੇ? ਔਰ ਉਹਨੂੰ ਇੱਕ ਕਮਿਸ਼ਨਰ ਲਾਉਂਦੇ ਨੇ, ਜਵਾਬ ਲੈ ਲੈਂਦੇ, ਇਨਕੁਆਇਰੀ ਉਹਦੇ ਖਿਲਾਫ ਚੱਲ ਗਈ। ਹੁਣ ਸੁਣ ਲਓ ਗੱਲ ਮੇਰੀ। ਦੂਜੀ ਚੀਜ਼, ਕਟਾਰੂ ਚੱਕ ਦੇ ਮਿਸ਼ਨ ਦੇ ਉੱਤੇ ਫੋਰੈਂਸਿਕ ਤੋਂ ਕਨਫਰਮ ਹੋ ਗਿਆ ਕਿ ਜਿਹੜੀ ਵੀਡੀਓ ਹੈਗੀ ਹੈ ਸਹੀ ਹੈਗੀ ਹੈ। ਇਹਨਾਂ ਨੇ ਕੀ ਐਕਸ਼ਨ ਕੀਤਾ ਉਹਦੇ ਤੇ? ਗਵਰਨਰ ਸਾਹਿਬ ਨੇ ਪੁੱਛਿਆ ਵੀ ਇਹਦਾ ਸਾਰਾ ਪੰਜਾਬ ਸ਼ਰਮਸਾਰ ਹੋ ਰਿਹਾ, ਕਿਉਂ ਉਹਨੂੰ ਡਿਫੈਂਡ ਕਰਕੇ ਬੈਠੇ ਨੇ? ਉਸੇ ਬੰਦੇ ਨੇ 100 ਏਕੜ ਜਗ੍ਹਾ ਦਾ 100 ਕਰੋੜ ਇੱਕ ਸਾਲ ਦੀ ਆਮਦਨ ਦਾ ਹੇਰਾਫੇਰੀ ਕੀਤੀ ਕੁਲਦੀਪ ਧਾਲੀਵਾਲ ਨਾਲ ਆਪਣੇ ਮੰਤਰੀ ਨਾਲ ਮਿਲ ਕੇ। ਕੀ ਕੀਤਾ ਇਹਨਾਂ ਨੇ? ਅੱਜ ਤੱਕ ਕੋਈ ਦੌੜ ਉੱਤੇ ਐਕਸ਼ਨ ਲਿੱਤਾ? ਨਹੀਂ ਲਿੱਤਾ। ਫਿਰ ਕਹਿੰਦੇ ਸਾਨੂੰ ਪੁੱਛੇ ਕੋਈ ਨਾ। ਸਵਾਲ ਤੇ ਇੱਥੇ ਇਹ ਪ੍ਰੋਬਲਮ ਹੁੰਦੀ ਹੈ ਕਿ ਇਹ ਕੁਛ ਵੀ ਕਰੋ, ਅਸੀਂ ਜੋ ਮਰਜ਼ੀ ਕਰੀਏ, ਸਾਨੂੰ ਕੋਈ ਪੁੱਛੇ ਨਾ। ਆਮ ਆਦਮੀ ਪਾਰਟੀ ਦੀ ਇਹ ਸਭ ਤੋਂ ਵੱਡੀ ਸਮੱਸਿਆ ਹੈ। ਸਾਨੂੰ ਇਹ ਚਾਹੀਦਾ ਹੈਗਾ ਕਿ ਅਸੀਂ ਰਲ ਕੇ ਜਿਹੜਾ ਹੈਗਾ ਵਾ, ਦੇਖੋ ਪੰਜਾਬ ਦੇ ਵਿੱਚ ਇੱਕ ਸੈਂਸਿਟਿਵ ਸਟੇਟ ਹੈ। ਆਮ ਆਦਮੀ ਪਾਰਟੀ ਨੂੰ ਸਮਝਣਾ ਪਏਗਾ ਕਿ ਦੇਸ਼ ਦੇ ਸੰਵਿਧਾਨ ਦੇ ਮੁਤਾਬਿਕ ਹੀ ਸਰਕਾਰਾਂ ਚੱਲਦੀਆਂ ਨੇ। ਸਰੀਨ ਸਾਹਿਬ ਸਟੇਟ ਸਵਾਲ ਪੁੱਛ ਰਹੇ, ਸਾਨੂੰ ਚੱਲਣਾ ਚਾਹੀਦਾ। ਸਰੀਨ ਸਾਹਿਬ ਬਹੁਤ ਸਿੱਧਾ ਸਵਾਲ ਪੁੱਛ ਰਹੇ, ਬੀਜੇਪੀ ਚਾਹੁੰਦੀ ਹੈ ਕਿ 356 ਲੱਗੇ ਪੰਜਾਬ ਵਿੱਚ? ਮੈਂ ਕਹਿੰਦੀ 356 ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਖੁਦ ਜਾਣ ਕੇ ਵਿਕਟਮ ਕਾਰਡ ਖੇਡਦੇ ਪਏ ਨੇ। ਇਹ ਖੁਦ ਵਿਕਟਮ ਕਾਰਡ ਖੇਡਣਾ ਚਾਹੁੰਦੇ ਨੇ, ਜਾਣ ਕੇ ਐਸੀ ਸਥਿਤੀ ਪੈਦਾ ਕਰਨਾ ਚਾਹੁੰਦੇ ਜੇ ਸੰਵਿਧਾਨਿਕ ਸੰਕਟ ਖੜਾ ਹੋਵੇ ਪੰਜਾਬ ਦੇ ਵਿੱਚ। ਬੀਜੇਪੀ ਕਿਤੇ ਕਦੀ 356 ਦਾ ਸਮਰਥਨ ਨਹੀਂ ਕਰਦੀ। ਜਾਣ ਕੇ ਉਹ ਕਰਨਾ ਚਾਹੁੰਦੇ ਨੇ ਕਿ ਸੰਵਿਧਾਨਿਕ ਸੰਕਟ ਖੜਾ ਹੋਵੇ ਤੇ ਮੁੜ ਕੇ ਅਸੀਂ ਆਪਣਾ ਵਿਕਟਮ ਕਾਰਡ ਹੀ ਕੋਈ ਸਾਡਾ ਧੱਕਾ ਹੋ ਰਿਹਾ। ਕੰਗ ਸਾਹਿਬ, ਇੱਕ ਗੱਲ ਤਾਂ ਕਲੀਅਰ ਹੋਗੀ, ਬੀਜੇਪੀ 356 ਦੇ ਹੱਕ ਵਿੱਚ ਨਹੀਂ, ਪਰ ਸਵਾਲ ਕਈ ਸਾਰੇ ਖੜੇ ਕੀਤੇ ਨੇ ਸਰੀਨ ਸਾਹਿਬ। ਨਹੀਂ, ਇੱਕ ਗੱਲ ਮੈਨੂੰ ਇਹ ਦੱਸਣ, ਜੇ ਬੀਜੇਪੀ ਨੂੰ ਪੰਜਾਬ ਇੰਨਾ ਹੀ ਸੈਂਸਿਟਿਵ ਤੇ ਡਰਾਉਣਾ ਸਟੇਟ ਲੱਗਦਾ ਨਾ, ਬੀਜੇਪੀ ਵਾਲੇ ਮਾਈਗ੍ਰੇਟ ਕਰ ਜਾਣ ਦੂਜੇ ਸੂਬਿਆਂ 'ਚ, ਪਤਾ ਲੱਗ ਜੂ ਇਹਨਾਂ ਨੂੰ, ਚਲੇ ਜਾਣ ਨਾ ਪੰਜਾਬ 'ਚ ਜੇ ਇੰਨਾ ਸੈਂਸਿਟਿਵ ਹੈ। ਸਭ ਤੋਂ ਬਿਹਤਰ ਦੇਸ਼, ਸਭ ਤੋਂ ਅਵਲ ਦਰਜੇ ਦਾ ਸੂਬਾ, ਭਾਈਚਾਰੇ, ਸ਼ਾਂਤੀ ਦੀ ਔਰ ਇਨਫਰਾਸਟਰਕਚਰ ਵਾਈਜ਼, ਸੜਕਾਂ, ਪਿੰਡਾਂ ਦਾ ਸਾਡਾ ਕਲਚਰ ਸਭ ਤੋਂ ਅਮੀਰ ਵਿਰਸਾ ਆ। ਉਹ ਗੱਲ ਵੱਖਰੀ ਆ ਕਿ ਪੂਰਾ ਜ਼ੋਰ ਲੱਗਿਆ ਹੋਇਆ ਭਾਜਪਾ ਦਾ ਪੰਜਾਬੀਆਂ ਨੂੰ ਔਰ ਖਾਸ ਕਰ ਸਿੱਖਾਂ ਨੂੰ ਬਦਨਾਮ ਕਰਨ ਲਈ, ਉਹ ਕੋਈ ਕਸਰ ਨਹੀਂ ਛੱਡਦੇ। ਦੂਜੀ ਗੱਲ, ਗਵਰਨਰ ਸਾਹਿਬ ਕੋ ਕਿਹੜੀ ਪਾਵਰ ਹੈ ਵੀ ਰਾਤੋਂ ਰਾਤ SSP ਦੇ ਜਿਹੜੇ ਕੋਈ ਐਲੀਗੇਸ਼ਨ ਲੱਗੇ ਝੂਠੇ ਸੱਚੇ ਵੀ ਉਹਨੂੰ ਕਨਵਿਕਟ, ਉਹਨੂੰ ਕਹਿਣਾ ਵੀ ਕਨਵਿਕਟਡ ਹੈ ਰਾਤੋਂ ਰਾਤ। ਔਰ ਦੂਜੀ ਗੱਲ, ਜੇ ਸਰਕਾਰ ਉਦੋਂ ਚਿੱਠੀ ਨਹੀਂ ਲਿਖਣੀ ਚਾਹੀਦੀ ਮੁੱਖ ਮੰਤਰੀ ਜੀ ਨੂੰ ਕਿ ਦੱਸੋ ਪੰਜਾਬ ਦਾ SSP ਲੱਗਦਾ ਹੈ ਤੇ ਤੁਸੀਂ ਸਾਨੂੰ ਦੂਸਰਾ ਨਾਂ ਭੇਜ ਦਿਓ, ਕੰਸਲਟ ਨਹੀਂ ਕਰਨਾ ਚਾਹੀਦਾ? ਤੀਸਰੀ ਗੱਲ, ਜਿਹੜਾ ਇਹ ਸਾਡੇ ਮੰਤਰੀ ਸਾਹਿਬ ਬਾਰੇ ਵਾਰ-ਵਾਰ ਬੋਲਦੇ, ਮੈਂ ਇਹਨਾਂ ਨੂੰ ਦੱਸਦਾ, ਬੀਜੇਪੀ ਦੇ SC ਕਮਿਸ਼ਨ ਦੇ ਜਿਹੜੇ ਚੇਅਰਮੈਨ ਸਾਹਿਬ ਹੈ ਔਰ ਪੰਜਾਬ ਨੂੰ ਹੀ ਬਿਲੋਂਗ ਕਰਦੇ ਆ, ਉਹਨਾਂ ਨੇ ਕਿਹਾ ਕਿ ਜਿਹਨੇ ਵੀ ਕੰਪਲੇਂਟ ਦਿੱਤੀ ਸੀ ਮੰਤਰੀ ਦੇ ਖਿਲਾਫ ਉਹਨੇ ਵਾਪਸ ਲੈ ਲਈ, ਕਿਉਂਕਿ ਉਹਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਸੀ ਵਿਰੋਧੀ ਪਾਰਟੀਆਂ ਵੱਲੋਂ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰੀਏ, ਇਹਨਾਂ ਦੇ ਮੰਤਰੀਆਂ ਨੂੰ ਬਦਨਾਮ। ਔਰ ਬੀਜੇਪੀ ਦੇ ਨੋਮੀਨੇਟਡ SC ਕਮਿਸ਼ਨ ਮੈਂਬਰ ਜਿਹੜੇ ਸਾਂਪਲਾ ਸਾਹਿਬ ਸਾਡੇ ਪੰਜਾਬ ਨੂੰ ਬਿਲੋਂਗ ਕਰਦੇ ਆ, ਉਹਨਾਂ ਨੇ ਕਹਿਤਾ ਵੀ ਕੋਈ ਇਹਨਾਂ ਦੇ ਖਿਲਾਫ ਇਲਜ਼ਾਮ ਨਹੀਂ ਹੈ। ਹੁਣ ਇਸ ਤੋਂ ਬਾਅਦ ਕੀ, ਹੁਣ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ। ਇਸ ਕਰਕੇ ਇਹ ਇਹੋ ਜੀ ਮਣੀਪੁਰ ਦਾ ਤੇ ਤੁਹਾਡਾ ਮੁੱਖ ਮੰਤਰੀ ਆਪ ਮੰਨਿਆ ਵੀ ਜਿਹੜੇ ਜਿਸ ਤਰੀਕੇ ਨਾਲ ਕੁੜੀ ਨਾਲ ਅਤਿਆਚਾਰ ਹੋਇਆ ਉਹਨੂੰ ਪਰੇਡ ਕੀਤੀ ਕਿ ਨੰਗਾ ਕਰਕੇ, ਇਹੋ ਜਿਹੇ ਹਜ਼ਾਰਾਂ ਕੇਸਿਸ ਹੈ। ਇਹ ਬੀਰੇਨ ਸਿੰਘ ਜਿਹੜਾ ਮੁੱਖ ਮੰਤਰੀ ਭਾਜਪਾ ਦਾ ਔਨ ਰਿਕਾਰਡ ਮੰਨਿਆ, ਤੇ ਫਿਰ ਪ੍ਰੈਜ਼ੀਡੈਂਟ ਰੂਲ ਕਿਉਂ ਨਹੀਂ ਲਾਇਆ ਗਿਆ ਉੱਥੇ? ਇਹ ਫੇਲੀਅਰ ਨਹੀਂ ਹੈ? ਤੇ ਜਵਾਬ ਦੇਣ। ਇਸ ਕਰਕੇ ਜਾਂ ਇਹ 356 ਨਹੀਂ ਲੱਗਣੀ ਚਾਹੀਦੀ ਤੇ ਬੀਜੇਪੀ ਨੂੰ ਅੱਜ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਪੰਜਾਬ ਨੂੰ ਕਿ ਗਵਰਨਰ ਜੋ ਕਹਿ ਰਿਹਾ ਬਿਲਕੁਲ ਗਲਤ ਕਹਿ ਰਿਹਾ, ਅਸੀਂ ਬਿਲਕੁਲ ਨਹੀਂ ਮੰਨਾਂਗੇ। ਫਿਰ ਮੈਂ ਮੰਨੂਗਾ ਇਹ ਪੰਜਾਬ ਦੇ ਹੱਕ 'ਚ ਬੋਲਦੇ ਆ, ਨਹੀਂ ਤੇ ਸਾਰਿਆਂ ਨੂੰ ਪਤਾ ਵੀ ਜਿਹੜੀ ਬੀਜੇਪੀ ਯੂਨਿਟ ਹੈ ਪੰਜਾਬ ਦਾ ਉਹ ਐਂਟੀ ਪੰਜਾਬ ਹੀ ਭੁਗਤਿਆ ਤੇ ਹਮੇਸ਼ਾ ਐਂਟੀ ਪੰਜਾਬ ਰਹਿਣਾ, ਚਾਹੇ ਜਿੰਨੀ ਮਰਜ਼ੀ ਕਾਂਗਰਸ ਵਿੱਚ ਸ਼ਾਮਲ ਕਰ ਲੈਣ। ਸਰੀਨ ਸਾਹਿਬ ਕੱਲਾ ਮਣੀਪੁਰ ਦੇ ਜਵਾਬ ਦਿਓ। मैंने पहले मेरी गल सुनो, इन्होंने कहा कि कंप्लेनेंट ने कंप्लेंट विथड्रॉ कर ली, क्या ਉਹਦੇ ਨਾਲ ਤੁਹਾਡੀ ਮੋਰਲਿਟੀ ਖਤਮ ਹੋ ਗਈ? ਤੁਸੀਂ ਜੋ ਕਟਾਰੂ ਚੱਕ ਦੀ ਵੀਡੀਓ ਪਬਲਿਕ ਦੇ ਵਿੱਚ ਆਈ ਹੈ, ਕਿਆ ਤੁਸੀਂ ਉਸ ਚੀਜ਼ ਨੂੰ ਐਂਡੋਰਸ ਕਰਦੇ ਹੋ? ਉਹ ਵੀਡੀਓ ਤਾਂ ਨਹੀਂ ਖਤਮ ਹੋ ਗਈ, ਵੀਡੀਓ ਦੀ ਫੋਰੈਂਸਿਕ ਜਾਂਚ ਹੋ ਗਈ,
ਸਹੀ ਪਾਈ ਗਈ, ਤੁਸੀਂ ਕੰਪਲੇਨੈਂਟ ਨੂੰ ਦਬਾਅ ਆ ਕੇ ਉਹਦੇ ਕੋਲ ਕੰਪਲੇਂਟ ਵਿਡਰਾ ਕਰਾ ਲਿਓ, ਇੱਕ ਅਲੱਗ ਵਿਸ਼ਾ ਹੈ। लेकिन क्या इंसानियत और मोरलिटी कोई चीज नहीं है आम आदमी पार्टी वास्ते? मैं तो हैरान हाँ। मेरा छोटा वीर कांग्रेस मेरा बहुत लंबा समय से इकट्ठे काम किया है और मैं इन्हें चंगी तरह जानता। मैं तो इस गल तो हैरान हाँ कि किस तरीके उस एहो जे व्यक्ति के नाल चाह पींदा होएगा बैठ के और कहीं जाके की जवाब दिंदा होएगा। मैं तो इस गल तो हैरान हाँ। मेरे छोटे वीर ने मणिपुर ते भी कुछ जवाब मैं इस गल तो हैरान हाँ कि जिस तरीके की वीडियो सामने आ गई और उसके बाद उन्हें डिफेंड कर रहे हैं। इट इज शॉकिंग फॉर मी एज मिस्टर कंग इज कंसर्न कि कटारू चक ਨੂੰ डिफेंड कर रहे हैं। सरीन साहब वो ये कह रहे थे कि चंडीगढ़ एसएसपी ਨੂੰ डिफेंड कर रहे हैं जिन्हें का भ्रष्टाचार ਦੇ केस आए। सरीन साहब मणिपुर मैं जवाब दे देना। सरीन साहब मणिपुर ਜਿੱਥੇ ਤੱਕ ਮਣੀਪੁਰ ਦਾ ਸਵਾਲ ਹੈ, ਜਿੱਥੇ ਉੱਥੇ ਜਿਹੜੀ ਜੋ ਵੀ ਘਟਨਾਕ੍ਰਮ ਹੋਇਆ ਆਪਾਂ ਸਾਰੇ ਜਾਣਦੇ ਆ, ਬਹੁਤ ਮੰਦਭਾਗਾ ਹੋਇਆ ਔਰ ਕਿਉਂ ਹੋਇਆ ਇਹ ਵੀ ਆਪਾਂ ਜਾਣਦੇ ਆ ਕਿ ਕਿਸ ਤਰੀਕੇ ਨਾਲ ਹਾਈ ਕੋਰਟ ਦੀ ਰੂਲਿੰਗ ਆਈ, ਉਹਦੇ ਬਾਅਦ ਦੋ ਗਰੁੱਪਸ ਦੇ ਆਪਸ ਵਿੱਚ ਇਸ਼ੂ ਹੋਇਆ। ਲੇਕਿਨ ਪ੍ਰੌਮਪਟ ਐਕਸ਼ਨ ਜਿਹੜਾ ਹੈਗਾ ਵਾ ਉਹ ਲਿੱਤਾ ਗਿਆ ਵਾ, ਬਹੁਤ ਸਾਰੇ ਲੋਕ ਉਹ 'ਚ ਗ੍ਰਿਫਤਾਰ ਕੀਤੇ ਗਏ ਨੇ, ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ। ਭਾਰਤੀ ਜਨਤਾ ਪਾਰਟੀ ਇਨਸ਼ੋਰ ਕਰੇਗੀ ਕਿ ਜਿਨ੍ਹਾਂ ਨੇ ਵੀ ਉਹ ਗਲਤ ਕੰਮ ਕੀਤੇ ਉਹਨਾਂ ਨੂੰ ਸਖਤ ਸਜ਼ਾ ਹੋਵੇ। ਮੈਂ ਤਾਂ ਇੱਥੇ ਤੱਕ ਡਿਮਾਂਡ ਕਰਦਾ ਕਿ ਇਹੋ ਜਿਹੇ ਲੋਕਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ। ਭਾਰਤੀ ਜਨਤਾ ਪਾਰਟੀ ਉਸ ਕਿਸੇ ਨੂੰ ਸ਼ੈਲਟਰ ਨਹੀਂ ਕਰਦੀ, ਕਿਸੇ ਡਿਫੈਂਡ ਨਹੀਂ ਕਰਦੀ। ਇਹਨਾਂ ਮੰਗਰ ਨਹੀਂਗਾ ਕਿ ਕਟਾਰੂ ਚੱਕ ਦੀ ਵੀਡੀਓ ਸਾਹਮਣੇ ਆ ਜਾਏ, ਉਹਦੇ ਬਾਅਦ 100 ਏਕੜ ਜ਼ਮੀਨ ਸਾਹਮਣੇ ਆ ਜਾਏ, ਉਹਨੂੰ ਡਿਫੈਂਡ ਕਰਨ। ਅਸੀਂ ਉਹਨੂੰ ਕਹਿੰਦੇ ਆ ਕਿ ਜਿੰਨੇ ਵੀ ਇਹ ਕ੍ਰਿਤ ਕੀਤਾ ਉਹਦੇ ਵਾਸਤੇ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ। ਸਰੀਨ ਸਾਹਿਬ ਮਣੀਪੁਰ ਦੇ ਸੀਐਮ ਜਦੋਂ ਇਹ ਕਹਿੰਦੇ ਨੇ ਅਜਿਹੇ ਤਾਂ ਹਜ਼ਾਰਾਂ ਕੇਸ, ਸੈਂਕੜੇ ਕੇਸ ਪਏ ਨੇ, ਉਹਨੂੰ ਫਿਰ ਬੀਜੇਪੀ ਵੀ ਮੋਰਲ ਗਰਾਊਂਡ ਤੇ ਕਿਉਂ ਨਹੀਂ ਸਮਝਦੀ ਕਿ ਸੀਐਮ ਇਹ ਸਟੇਟਮੈਂਟ ਦੇ ਕਿਵੇਂ ਰਿਹਾ? ਸੱਚ ਕਹਿ ਰਿਹਾ, ਮਣੀਪੁਰ 'ਚ ਜੋ ਹੋਇਆ ਉਹਦੀ ਘੋਰ ਨਿੰਦਾ ਕਰਦੇ ਆ ਔਰ ਜਿਹੜੇ ਵੀ ਦੋਸ਼ੀ ਨੇ ਉਹਨਾਂ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇੱਥੇ ਤੱਕ ਕਿ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ। ਸਰ ਸੀਐਮ ਤੇ ਐਕਸ਼ਨ ਕਿਉਂ ਨਹੀਂ ਹੋ ਰਿਹਾ? ਸਵਾਲ ਸਾਰੇ ਇਹੀ ਪੁੱਛ ਰਹੇ ਨੇ ਕਿ ਸੀਐਮ ਨੂੰ ਰਿਪਲੇਸ ਹੀ ਕਰ ਦਿਓ ਤੁਸੀਂ, ਕਿਉਂਕਿ ਸੀਐਮ ਨੇ ਤਾਂ ਓਪਨਲੀ ਮੀਡੀਆ ਦੇ ਸਾਹਮਣੇ ਮੰਨ ਲਿਆ ਕਿ ਅਜਿਹੇ ਤਾਂ ਸੈਂਕੜੇ ਕੇਸ ਪਏ ਨੇ। ਇਹ ਕਿਤੇ ਨਾ ਕਿਤੇ ਕੁਐਸਚਨ ਮਾਰਕ ਨਹੀਂ ਕਰਦਾ ਕਿ ਮੋਰਲ ਗਰਾਊਂਡ ਤੇ ਅਸੀਂ ਗੱਲ ਕਰੀਏ ਜਦੋਂ, ਤਾਂ ਫਿਰ ਇਸ ਕੇਸ ਨੂੰ ਵੀ ਔਨ ਮੋਰਲ ਗਰਾਊਂਡ ਦੇਖੀਏ? ਸਰੀਨ ਸਾਹਿਬ ਨਹੀਂ ਕਿਆ ਇਸ ਨੂੰ ਤੁਸੀਂ ਜਸਟੀਫਾਈ ਕਰੋਗੇ ਕਟਾਰੂ ਚੱਕ ਦੇ ਇਸ਼ੂਜ਼ ਨੂੰ? ਨਹੀਂ, ਅਸੀਂ ਜਸਟੀਫਾਈ ਨਹੀਂ ਕਰ ਰਹੇ। ਸਵਾਲ ਇੱਥੇ ਮੋਰਲ ਗਰਾਊਂਡ ਦਾ ਹੈ। ਨਹੀਂ ਸਵਾਲ ਇੱਥੇ ਮੋਰਲ ਗਰਾਊਂਡ ਦਾ, ਸਿਰਫ ਘੋਰ ਨਿੰਦਾ ਕਰਕੇ ਮੋਰਲ ਗਰਾਊਂਡ ਕੰਪਲੀਟ ਹੋ ਗਿਆ? ਨਹੀਂ ਮੈਂ ਇੱਥੇ ਇਹ ਤਾਂ ਨਹੀਂ ਕਿਹਾ ਕਿ ਭਗਵੰਤ ਮਾਨ ਅਸਤੀਫਾ ਦੇ ਦੇਣ ਜੇ ਕਟਾਰੂ ਚੱਕ ਨੇ ਇਹੋ ਜਿਹੀ ਵੀਡੀਓ ਬਣੀ ਆਈ ਸਾਹਮਣੇ ਆਈ ਹੈ ਤੇ ਚਲੋ ਕੰਗ ਸਾਹਿਬ ਤੋਂ ਜਵਾਬ ਲੈ ਲੈਣੇ। ਕੰਗ ਸਾਹਿਬ ਮੋਰਲ ਗਰਾਊਂਡ ਤੇ ਡਿਫੈਂਡ ਕੀਤਾ ਜਾ ਰਿਹਾ ਕਟਾਰੂ ਚੱਕ ਨੂੰ, ਵੀਡੀਓ ਦੇ ਮਸਲੇ ਤੇ ਡਿਫੈਂਡ ਕੀਤਾ ਜਾ ਰਿਹਾ? ਨਹੀਂ ਗਗਨ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਵੀ ਜਿਹਨੇ ਵੀ ਉਹ ਕੰਪਲੇਂਟ ਕੀਤੀ ਸੀ ਜਾਂ ਜਿਨ੍ਹਾਂ ਨੇ ਕਰਵਾਈ ਸੀ ਉਹ ਸਾਹਮਣੇ ਆ ਗਿਆ ਵੀ ਉਹ ਪ੍ਰੈਸ਼ਰਾਈਜ਼ ਕਰਾਈ ਸੀ, ਉਹ ਬੰਦੇ ਨੇ ਵਾਪਸ ਲੈ ਲਏ ਆਪਣੇ ਜਿਹੜੇ ਦੋਸ਼ ਸੀਗੇ। ਇੱਕ ਗੱਲ, ਦੂਜੀ ਗੱਲ ਸਭ ਤੋਂ ਜੇ ਮੋਰਾਲਿਟੀ ਦੀ ਗੱਲ ਕਰਦੇ ਆ ਨਾ, ਤੇ ਟੈਣੀ ਮਿਸ਼ਰਾ ਤੇ ਮੋਦੀ ਸਾਹਿਬ ਦੀ ਕੈਬਨਿਟ ਦਾ ਅਜੇ ਵੀ ਹਿੱਸਾ ਹੈ, ਉਹਦੇ ਤੇ ਉਹ ਦੋਸ਼ ਵੀ ਵਾਪਸ ਨਹੀਂ ਲਏ। ਕਿਸਾਨਾਂ ਨੂੰ ਮਾਰਿਆ ਦਿਨ ਦਿਹਾੜੇ, ਉਹਨਾਂ ਨੇ ਕਤਲੇਆਮ ਕੀਤਾ ਯੂਪੀ 'ਚ। ਬੀਜੇਪੀ ਸਰਕਾਰ ਹੈ, ਟੈਣੀ ਮਿਸ਼ਰਾ ਮੋਦੀ ਸਾਹਿਬ ਦੀ ਕੈਬਨਿਟ ਦੇ ਅਹਿਮ ਹਿੱਸਾ ਆ, ਉਹਨਾਂ ਨੂੰ ਤਾਂ ਕੈਬਨਿਟ ਤੋਂ ਬਾਹਰ ਨਹੀਂ ਰੱਖਿਆ ਔਰ ਉੱਥੇ ਕਿਸੇ ਨੇ ਕੰਪਲੇਂਟ ਵਾਪਸ ਨਹੀਂ ਲਈ। ਗਗਨ ਜੀ ਮੈਂ ਇਨਫੋਰਮੇਸ਼ਨ ਵਾਸਤੇ ਕਹਿ ਰਿਹਾ ਸਰੀਨ ਸਾਹਿਬ ਦੀ ਕਿ ਉੱਥੇ ਕਿਸੇ ਨੇ ਲਈ, ਤੇ ਤੁਹਾਡਾ ਫਿਰ ਮੋਰਾਲਿਟੀ ਕਿੱਥੇ ਹੈ? ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ 'ਚ ਮਾਨ ਸਾਹਿਬ ਦੀ ਸਰਕਾਰ ਨੂੰ ਬਦਨਾਮ ਕਰਨ ਲਈ ਇਹ ਸਾਜ਼ਿਸ਼ਾਂ ਕਰ ਰਹੇ ਕਿ ਗਵਰਨੈਂਸ ਤੇ ਘੇਰ ਨਹੀਂ ਸਕਦੇ, ਕਰਪਸ਼ਨ ਤੇ ਘੇਰ ਨਹੀਂ ਸਕਦੇ। ਪਰ ਦੂਜੀ ਗੱਲ ਅਸੀਂ ਬੜਾ ਸਪਸ਼ਟ ਪਹਿਲੇ ਦਿਨ ਤੋਂ ਕੀਤਾ, ਆਪਣਾ ਹੋਵੇ ਬੇਗਾਨਾ ਹੋਵੇ, ਮਾਨ ਸਾਹਿਬ ਨੇ ਕਿਸੇ ਦਾ ਲਿਹਾਜ਼ ਨਹੀਂ ਕੀਤਾ, ਨਾ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਲਿਹਾਜ਼ ਕੀਤਾ ਹੈ। ਆਮ ਆਦਮੀ ਪਾਰਟੀ ਦੀ ਇਹੀ ਤਾਕਤ ਹੈ, ਅਸੀਂ ਲੋਕਾਂ ਦੇ ਪ੍ਰਤੀ ਜਵਾਬਦੇਹ ਹਾਂ, ਅਸੀਂ ਲੋਕਾਂ ਦੇ ਪ੍ਰਤੀ ਜਵਾਬਦੇਹੀ ਹੈ ਸਾਡੀ ਔਰ ਉੱਤੇ ਹੀ ਚੱਲਦੇ ਹਾਂ। ਲੇਕਿਨ ਇਸ ਤਰੀਕੇ ਨਾਲ ਦੋਗਲਾ, ਕਿਆ ਮਣੀਪੁਰ ਔਰ ਯੂਪੀ ਔਰ ਗੁਜਰਾਤ ਦੇ ਗਵਰਨਰਾਂ ਦੇ ਅਲੱਗ ਤਰ੍ਹਾਂ ਦੇ ਅਧਿਕਾਰ ਹੈ, ਪੰਜਾਬ ਦੇ ਗਵਰਨਰ ਦੇ ਅਲੱਗ ਤਰ੍ਹਾਂ ਦੇ ਅਧਿਕਾਰ ਹੈ, ਹਰਿਆਣੇ ਦੇ ਗਵਰਨਰ ਦੇ ਅੱਡ ਅਧਿਕਾਰ ਹੈ। ਇਹ ਮੈਨੂੰ ਇਹ ਦੱਸਣਾ ਕੰਗ ਸਾਹਿਬ ਇੱਕ ਚੀਜ਼ ਦਾ ਜਵਾਬ ਦਿਓ। ਇੱਕ ਡੀਸੀ ਏਡੀਸੀ ਨੂੰ ਤੁਸੀਂ ਟ੍ਰਾਂਸਫਰ ਕਰਦੇ ਹੋ, 20 ਤਰੀਕ ਨੂੰ ਵੀਡੀਓ ਨੂੰ ਡੀਡੀਪੀਓ ਬਣਾਉਂਦੇ ਹੋ, 21 ਤਰੀਕ ਨੂੰ, 23 ਤਰੀਕ ਨੂੰ ਤੁਹਾਡੇ ਕਟਾਰੂ ਚੱਕ ਜੀ ਮੰਤਰੀ ਸਾਹਿਬ ਕੁਲਦੀਪ ਧਾਲੀਵਾਲ ਨੂੰ ਚਿੱਠੀ ਲਿਖਦੇ ਨੇ, 23 ਤਰੀਕ ਨੂੰ ਉਹਨੂੰ ਏਡੀਸੀ ਦਾ ਐਡੀਸ਼ਨਲ ਚਾਰਜ ਦਿੱਤਾ ਜਾਂਦਾ ਹੈ, 24 ਤਰੀਕ ਨੂੰ ਉਹ 100 ਏਕੜ ਜਗ੍ਹਾ ਦੇ ਵਿੱਚ ਟ੍ਰਾਂਸਫਰ ਕਰਦਾ ਵਾ, ਅਪੀਲ ਨੂੰ ਰੱਦ ਕਰਦਾ ਵਾ, ਪੰਚਾਇਤ ਦੇ ਫੈਸਲੇ ਦੇ ਖਿਲਾਫ ਜਾਂਦਾ ਵਾ, 25-26 ਦੀ ਛੁੱਟੀ ਆ ਗਈ, 27 ਨੂੰ ਰਿਟਾਇਰ ਹੁੰਦਾ ਹੈ ਤੇ ਮੈਨੂੰ ਔਰ ਉਹਦੇ ਰਿਟਾਇਰ ਹੋਣ ਦੇ ਬਾਅਦ ਉਸੇ ਪੁਰਾਣੇ ਏਡੀਸੀ ਨੂੰ ਵਾਪਸ ਲੈ ਆਂਦਾ ਜਾਂਦਾ ਹੈ। ਇਸ ਤੋਂ ਵੱਡਾ ਝੂਠ ਤੁਸੀਂ ਕੀ ਕਰੋਗੇ? ਇਸ ਤੋਂ ਵੱਡਾ ਪ੍ਰੂਫ ਤੁਹਾਨੂੰ ਕਰਪਸ਼ਨ ਦਾ ਕੀ ਹੋ ਸਕਦਾ ਵਾ? ਲੇਕਿਨ ਤੁਸੀਂ ਉਹਤੇ ਕਾਰਵਾਈ ਕਰਨ ਨੂੰ ਤਿਆਰ ਨਹੀਂਗੇ। ਕਿਉਂ? ਮੈਂ ਤਾਂ ਇਸ ਗੱਲ ਤੋਂ ਹੈਰਾਨ ਹਾਂ ਕਿ ਕਟਾਰੂ ਚੱਕ ਇਹਨਾਂ ਦੀ ਕੀ ਮਜਬੂਰੀ ਹੈ, ਅਰਵਿੰਦ ਕੇਜਰੀਵਾਲ ਦੀ, ਕਟਾਰੂ ਚੱਕ ਕੀ ਮਜਬੂਰੀ ਹੈ ਭਗਵੰਤ ਮਾਨ ਦੀ ਕਿ ਇਹੋ ਜਿਹੇ ਭ੍ਰਿਸ਼ਟਾਚਾਰੀ
ਔਰ ਇਹੋ ਜਿਹੇ ਇਮੋਰਲ ਜਿਹੜੇ ਐਕਟ ਦੇ ਸਾਰਾ ਪੰਜਾਬ ਸ਼ਰਮਸਾਰ ਹੋ ਗਿਆ ਹੋਵੇ। ਅੱਜ ਵੀ ਉਹ ਕੈਬਨਿਟ ਦਾ ਮੰਤਰੀ ਹੈ ਉਹਨਾਂ ਦਾ, ਅੱਜ ਵੀ ਕੁਲਦੀਪ ਧਾਲੀਵਾਲ ਦੇ ਕੈਬਨਿਟ ਦਾ ਮੰਤਰੀ ਹੈ, ਜਿੱਥੇ 100 ਕਰੋੜ ਰੁਪਏ ਸਾਲ ਦੀ ਜਿਹੜੀ ਉੱਥੇ ਮਾਈਨਿੰਗ ਦੀ ਇਨਕਮ ਦਾ ਇਸ਼ੂ ਹੋਵੇ, 100 ਕਰੋੜ ਰੁਪਏ ਸਾਲ ਦਾ ਸਰਕਾਰ ਨੂੰ ਉਸ ਮਾਈਨਿੰਗ ਦਾ ਆ ਸਕਦਾ ਹੋਵੇ, ਪੰਚਾਇਤ ਦੀ ਲੈਂਡ ਹੋਵੇ, ਇਹਨਾਂ ਦੀ ਕਿਹੜੀ ਮਜਬੂਰੀ ਹੈ ਜਿਹੜਾ ਕੁਲਦੀਪ ਧਾਲੀਵਾਲ ਹੁਣ ਤੱਕ ਲੈ ਕੇ ਬੈਠੇ ਹੋਏ ਨੇ। ਕੰਗ ਸਾਹਿਬ ਫਾਈਨਲ ਕਮੈਂਟ। ਇੱਕ ਸਪਸ਼ਟ ਕਰ ਕੇਸ ਹੈ ਭ੍ਰਿਸ਼ਟਾਚਾਰ ਦਾ, ਫਿਰ ਕਹਿੰਦੇ ਅਸੀਂ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਚਲਾ ਰਹੇ ਹਾਂ। ਕੰਗ ਸਾਹਿਬ ਦੇਖੋ ਗਗਨ ਜੀ, ਗੱਲ ਇਹ ਆ ਸਰੀਨ ਸਾਹਿਬ ਨਾ, ਮੈਂ ਗੱਲ ਸਹੀ ਦੱਸਤੀ, ਫੈਕਟ ਵੀ ਦੱਸਤੇ, ਔਰ ਅਸੀਂ ਆਪਣੇ ਮੰਤਰੀ ਵੀ ਜਿੱਥੇ ਕਿਤੇ ਉਂਗਲੀ ਖੜੀ ਹੋਈ ਬਾਹਰ ਦੇ ਰਸਤੇ ਦਿਖਾਏ ਆ, ਔਰ ਜਿਹੜੇ ਕਿਸ ਕੇਸ ਦਾ ਜ਼ਿਕਰ ਕਰ ਰਹੇ ਉਸ ਕੇਸ 'ਚ ਵੀ ਕਈ ਅਫਸਰਾਂ ਤੇ ਕਾਰਵਾਈਆਂ ਹੋਈਆਂ ਹੈ। ਠੀਕ ਹੈ, ਇਹ ਸਾਡੇ ਏਜੰਡੇ 'ਚ ਨਹੀਂ ਹੈ। ਲੇਕਿਨ ਅੱਜ ਦਾ ਤੇ ਮੁੱਦਾ ਇਹ ਸੀ ਕਿ ਜਿਹੜਾ ਗਵਰਨਰ ਕਹਿੰਦਾ, ਗਵਰਨਰ ਸਾਹਿਬ ਨੇ ਚਿੱਠੀ ਲਿਖਿਆ। ਬਹੁਤ ਸ਼ੁਕਰੀਆ ਕੰਗ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ ਵੀ, ਤੇ ਸਰੀਨ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸਵਾਲ ਕਈ ਨੇ, ਇਲਜ਼ਾਮ ਤਰਾਸ਼ੀਆਂ ਦਾ ਦੌਰ ਲਗਾਤਾਰ ਜਾਰੀ ਹੈ ਔਰ ਸਵਾਲ ਗਵਰਨਰ ਦੀ ਚਿੱਠੀ ਤੇ ਉੱਠ ਰਹੇ ਨੇ, ਜਿਹੜੀ ਚਿੱਠੀ ਉਹਨਾਂ ਨੇ ਲਿਖੀ ਸੀਐਮ ਨੂੰ, ਜਿਸ ਦਾ ਜਵਾਬ ਦੇਣ ਦੇ ਲਈ ਸੀਐਮ ਨੂੰ ਸਾਹਮਣੇ ਆਣਾ ਪਿਆ, ਔਰ ਅੱਜ ਇਸੇ ਮਸਲੇ ਤੇ ਲਗਾਤਾਰ ਸਵਾਲ ਉੱਠ ਰਹੇ ਨੇ। ਸਤਿਆਪਾਲ ਜੈਨ ਸਾਹਿਬ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ, ਉਹਨਾਂ ਦੇ ਨਾਲ ਗੱਲ ਕਰਾਂਗੇ। ਜੈਨ ਸਾਹਿਬ ਬਹੁਤ ਬਹੁਤ ਸਵਾਗਤ ਹੈ। ਇਹ ਪੰਜਾਬ ਦੇ ਮੁੱਖ ਮੰਤਰੀ ਔਰ ਗਵਰਨਰ ਦੇ ਵਿਚਾਲੇ ਜਿਸ ਤਰੀਕੇ ਦਾ ਇੱਕ ਪਹਿਲਾਂ ਕੁੜੱਤਣ ਬਹੁਤ ਜ਼ਿਆਦਾ ਹੱਦ ਤੱਕ ਨਜ਼ਰ ਆ ਰਹੀ ਸੀਗੀ, ਬੀਤੇ ਦਿਨੀ ਮੁੱਖ ਮੰਤਰੀ ਦਾ ਇੱਕ ਜਵਾਬ ਆਇਆ ਸੀਗਾ, ਮੀਡੀਆ ਨੇ ਉਹਨਾਂ ਨੂੰ ਸਵਾਲ ਕੀਤਾ ਸੀਗਾ ਗਵਰਨਰ ਦੇ ਬਿਆਨ ਨੂੰ ਲੈ ਕੇ, ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਬਜ਼ੁਰਗ ਨੇ, ਕੁਝ ਵੀ ਕਹਿ ਸਕਦੇ ਨੇ। ਪਰ ਉਸ ਤੋਂ ਬਾਅਦ ਬੀਤੇ ਕੱਲ ਇੱਕ ਚਿੱਠੀ ਆਉਂਦੀ ਹੈ 4 ਪੰਨਿਆਂ ਦੀ ਗਵਰਨਰ ਸਾਹਿਬ ਦੀ, ਜਿਸ ਦੇ ਵਿੱਚੋਂ ਧਾਰਾ 356 ਦਾ ਜ਼ਿਕਰ ਕਰਦੇ ਨੇ, ਔਰ ਅੱਜ ਮੁੱਖ ਮੰਤਰੀ ਸਾਹਮਣੇ ਆ ਕੇ ਕਹਿੰਦੇ ਨੇ, ਦਸਤਾਵੇਜ਼ ਨਾਲ ਲੈ ਕੇ ਆਏ ਕਿ ਇੰਨੇ ਮਾਮਲੇ ਅਸੀਂ ਦਰਜ ਕੀਤੇ, ਇੰਨੀ ਕਾਰਵਾਈਆਂ ਅਸੀਂ ਕੀਤੀਆਂ, ਇਸ ਤਰੀਕੇ ਦੀ ਧਮਕੀ ਨਹੀਂ ਦੇਣੀ ਚਾਹੀਦੀ ਸੂਬੇ ਨੂੰ। ਇੱਕ ਕੁੜੱਤਣ ਜਿਹੜੀ ਹੈਗੀ ਫਿਰ ਵੱਧਦੀ ਹੋਈ नजर आई। थोड़ा पहला रिएक्शन जैन साहब। देखो, हिंदुस्तान का जो संविधान है वो संविधान बनाते समय संविधान के निर्माताओं राज्यपाल, सरकार, जुडिशरी, विधानसभा सबकी मर्यादाओं को तय किया था, और उन मर्यादाओं के अनुसार जो राज्यपाल है वो संवैधानिक मुखिया है और मुख्यमंत्री और सरकार चुनी हुई सरकार होती है। संविधान ने आर्टिकल 1 में ये लिखा कि जो चुनी हुई सरकार है वो किसी भी राज्य की हो, उसको उसका ये कर्तव्य है, और कर्तव्य ये है कि आप जो भी जानकारी राज्यपाल मांगेंगे वो जानकारी आपको देनी होगी। मैं 2 बातें इसमें और कहना चाहता हूँ। सिर्फ राज्यपाल ही नहीं, विधानसभा में कोई भी विधायक कोई जो जानकारी सरकार से मांगता है, सरकार को वो जानकारी देनी होती है। तीसरी बात कहता हूँ, आज राइट टू इंफॉर्मेशन एक्ट के अंदर कोई भी नागरिक सरकार से किसी भी विषय पर जानकारी मांग सकता है, वो जानकारी सरकार को देनी होती है। तो क्या कारण है कि जो संवैधानिक मर्यादा में रहते हुए राज्यपाल कुछ जानकारियां मांग रहे हैं, वो जानकारियां पंजाब सरकार क्यों नहीं दे रही? जिसकी जानकारी लेने का अधिकार तो एक आम नागरिक का भी है, वो अधिकार विधानसभा के विधायक का भी है। इसका मतलब ये है कि सरकार कोई ऐसी चीज तो राज्यपाल से पाना चाहती है, इसी कारण से वो संवैधानिक पालन नहीं कर रहे। जैन साहब, मुख्यमंत्री ये कह रहे हैं कि 16 चिट्ठियां उनके पास आई गवर्नर साहब की, और उसमें से 7 का उन्होंने जवाब दिया है, 9 का जवाब दिया, 7 बाकी हैं, कुछ ऐसा आंकड़ा उन्होंने पेश किया। और उन्होंने कहा कि कुछ ऐसे आंकड़े होते हैं जो हमें इकट्ठा करने में वक्त लगता है, उनके जवाब भी हम तैयार कर रहे हैं। तो क्या इस देरी को स्वीकार किया जा सकता है या इस देरी को पूरी तरीके से नकार दिया जाए? देखिए, मैंने कहा लॉ में हम लोग चाहे कोई कत्ल भी करे, सबसे पहले ये देखते हैं इसके पीछे मंशा क्या थी, इंटेंशन क्या थी, क्यों ऐसा हुआ, अपराध हुआ तो क्यों हुआ। पंजाब सरकार के पास क्या हम ये कोई भी व्यक्ति माने कि भगवंत सिंह मान जैसा मुख्यमंत्री हो, जो हर चीज का जवाब मिनटों सेकंडों में देता है, जो गवर्नर के एक दिन में दे देता है, तो सरकार के पास वो डाटा नहीं है जो से मांग रहे हैं। कि इनडायरेक्टली सरकार बात मान रही है, मुख्यमंत्री ये बात मान रहे हैं कि उनको अपनी सरकार की जानकारियां नहीं है, उनको अपनी सरकार के बारे में पता नहीं है। आप तो पूरे पेज से ऐड दे रहे हो, हमने ये किया, हमने ये किया, हमने ये किया, तो फिर राज्यपाल को वो बात देने की क्या दिक्कत है? क्या नहीं आ रही है? या आप कहिए कि जो राज्यपाल जानकारी मांग रहे हैं वो ऐसी कॉन्फिडेंशियल है जो राज्यपाल को भी नहीं दे सकती, या तो आप ये स्टैंड लीजिए वो आपका नहीं है, किंतु किसी न किसी बहाने से टकराव को पाया जाए। मुझे तो अब ये लगने लगा है, शायद कई बार ऐसा लगता है कि शायद पंजाब सरकार की ये स्ट्रेटजी है कि राज्यपाल के साथ कन्फ्रंटेशन बढ़ाई जाए, पंजाब राष्ट्रीय राज की ओर बढ़े, और बाद में अपने को छुपाने के लिए आप ये कह दो कि
जैन साहब, एक सवाल और बहुत सीधा सवाल उठ रहा है कि क्या बीजेपी पंजाब में 356 के तहत कार्रवाई के पक्ष में, क्या बीजेपी पंजाब में राष्ट्रपति शासन के पक्ष में? देखिए, भाजपा का क्या स्टैंड है इसके संबंध में तो भारतीय जनता पार्टी प्रदेश अध्यक्ष सुनील जाखड़ जी या बाकी लोग जवाब देंगे। कि क्या चाहते उनसे नहीं, विशेष संविधान की जो प्रावधान है उनके है। पंजाब सरकार निरंतर संविधान की रक्षा करती आ रही है और भारत के संविधान में लिखा हुआ है कि अगर किसी राज्य की सरकार संविधान और कानूनी प्रावधानों के अनुसार चलानी न हो तो राज्यपाल राष्ट्रपति को सिफारिश कर सकते हैं कि वहां राष्ट्रपति राज लागू किया जाए। फिर ये सिफारिश यूनियन कैबिनेट के पास जाती है, कैबिनेट इस पर विचार करती है और कैबिनेट विचार करके फिर वो राष्ट्रपति को अपनी रिकमेंडेशन भेजती है। अभी तो इतना ही कहा है कि मैं जो संवैधानिक मर्यादाओं का पालन करने की बात कर रहा हूँ, आप उसका पालन नहीं कर रहे हैं तो मुझे वो मत करिए कि मैं राष्ट्रपति को लिखूं कि यहाँ राष्ट्रपति राज लागू किया जाए। ये एक अच्छा स्वर्णिम अवसर है पंजाब सरकार के पास कि उन पत्रों का जवाब दें, अपनी मर्यादा का पालन करें ताकि आगे चलिए तक। जी, बहुत शुक्रिया जैन साहब हमारे साथ बातचीत करने के लिए। सत्यपाल जैन साहब साडे नाल गल कर रहे थे कि उन्होंने कहा कि हजे तो सिर्फ लिखा गया है, हजे तो सिर्फ चिट्ठी दे विच मैंशन किया गया है कि इस तरीके की कार्रवाई करने लई मैनूं मजबूर ना करो कि मैं ये लिखण लई मजबूर हो जावां कि राष्ट्रपति इस ते एक्शन लैन या इस धारा के तहत जो अगे बनती कार्रवाई हो सकती है उसनों अंजाम देन। ये तो सिर्फ लिखा गया है, प्रोसैस बहुत लंबा है। हालांकि उन्होंने कहा कि बीजेपी इस पक्ष विच है या नहीं, इस बारे सूबे दे बीजेपी प्रधान या बाकी लीडर्स जवाब दे सकते हैं। और जिससे अनिल सरीन साहब हुण तो कुछ देर पहले साडे नाल गल कर रहे थे, उन्होंने कहा कि बीजेपी 356 के पक्ष विच नहीं है। उन्होंने कहा कि आम आदमी पार्टी पर अजिहा करी है, सरकार विक्टिम कार्ड खेड रही है और इसे करके ये सारी स्थिति बन रही है। दूजे पासे आम आदमी पार्टी ने बड़ा स्पष्ट कर दिता है कि उन्होंने वालों सारे जवाब दिते जा रहे हैं, ਜਿਹੜੇ जवाब मंगे गए ਸੀਗੇ, ਜਿਹੜੀ चिट्ठियां आईਆਂ ਸੀਗੀਆਂ ਉਹਨਾਂ ਦੇ ਰਿਪਲਾਈ ਕੀਤੇ ਜਾ ਰਹੇ ਨੇ। ਕਾਰਵਾਈਆਂ ਵੀ ਸੂਬੇ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ, ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਲਈ, ਨਸ਼ੇ ਨੂੰ ਫੜਨ ਦੇ ਲਈ, ਗੈਂਗਸਟਰਸ ਤੇ ਕਾਰਵਾਈ ਕੀਤੀ ਜਾ ਰਹੀ ਹੈ। ਪਰ ਜਾਣਬੁੱਝ ਕੇ ਕੇਂਦਰ ਦੇ ਇਸ਼ਾਰੇ ਤੇ ਜਾਂ ਸੈਂਟਰ बीजेपी ਦੇ ਇਸ਼ਾਰੇ ਤੇ ਪੰਜਾਬ ਵਿੱਚ ਡਿਸਟਰਬੈਂਸ ਪੈਦਾ ਕੀਤੀ ਜਾ ਰਹੀ ਹੈ, ਪੰਜਾਬ ਦੇ ਹਾਲਾਤ ਨੂੰ ਵਿਗਾੜਨ ਦੀ ਕੋਸ਼ਿਸ਼ हो रही है और पॉलिटिकल मोटिव इसके पीछे नजर आ रहा है।